ਦੋਸਤੋ, मैं अज जिस विषय बारे तुहाडे नाल गल करन लग्या वो विषय है मैं ते मेरी कहानी। हरेक लेखक जिहड़ा कि कहानीकार हुंदा है, मैं अपनी गल नूं उस ते आले दुआले रखूँगा। बतौर कहानीकार बहुत पुरानी गल है, उदों मैं MA कीती सी पंजाबी दी, पंजाबी यूनीवर्सिटी पटियाला तो। MA करन तो बाद मैं MPhil ते PhD करनी चाहुंदा सी। ਜਦੋਂ ਯੂਨੀਵਰਸਿਟੀ ਦੇ ਵਿੱਚ ਪੁੱਛਣ ਵਾਸਤੇ ਗਿਆ ਤਾਂ ਉਹਨਾਂ ਨੇ ਕਿਹਾ ਕਿ ਤੇਰੀ ਮੈਰਿਟ ਘੱਟ ਹੈ, 45% ਨੰਬਰ ਨੇ, ਤੂੰ MPhil ਕਰ ਨਹੀਂ ਸਕਦਾ। ਅਗਿਆਨਤਾ ਇੰਨੀ ਸੀ, ਕਿਸੇ ਨੂੰ ਪੁੱਛਿਆ ਨਾ, ਕਿਸੇ ਨੇ ਦੱਸਿਆ ਨਾ, ਚੁੱਪ ਕਰਕੇ ਘਰ ਬੈਠ ਗਿਆ, ਖੇਤੀ ਕਰਨ ਲੱਗ ਪਏ। MPhil ਕੀਤੀ ਨਹੀਂ, ਰਹਿ ਗਈ, ਇਸ ਲਈ PhD ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪਰ ਮੈਂ MPhil ਤੇ PhD ਕਰਕੇ ਕਿਸੇ ਕਾਲਜ ਦੇ ਵਿੱਚ, ਕਿਸੇ ਯੂਨੀਵਰਸਿਟੀ 'ਚ ਪੜ੍ਹਾਉਣ ਲੱਗਣਾ ਚਾਹੁੰਦਾ ਸੀ। ਇਸ ਤਰ੍ਹਾਂ ਉਹ ਸੁਪਨਾ ਅਸਤ ਹੋ ਗਿਆ। ਪਰ ਮੇਰੇ ਅੰਦਰ ਜਿਹੜਾ ਇੱਕ ਪੜ੍ਹਨ ਵਾਲਾ ਬੰਦਾ ਬੈਠਾ ਸੀ, ਉਹ ਬੰਦੇ ਨੂੰ ਉਹ ਜਵਾਬ ਪ੍ਰਵਾਨ ਨਹੀਂ ਸੀ, ਉਸ ਬੰਦੇ ਨੂੰ ਉਹ ਹਾਰ ਪ੍ਰਵਾਨ ਨਹੀਂ ਸੀ। ਇਸ ਲਈ ਮਨ ਹੀ ਮਨ ਮੈਂ ਫੈਸਲਾ ਕੀਤਾ, ਉਸ ਬੰਦੇ ਨੇ ਮੇਰੇ ਤੋਂ ਕਰਵਾਇਆ ਜਿਹੜਾ ਅੰਦਰ ਬੈਠਾ ਸੀ ਪੜ੍ਹਨ ਵਾਲਾ, ਕਿ ਮੈਂ ਕੁਝ ਐਸਾ ਕਰੂੰਗਾ ਜ਼ਿੰਦਗੀ 'ਚ ਜਿਹਦੇ ਨਾਲ ਇੱਕ ਦਿਨ ਲੋਕ ਮੇਰੀਆਂ ਕਹਾਣੀਆਂ ਤੇ MPhil ਤੇ PhD ਕਰਨਗੇ। ਸਮਾਂ ਬੀਤਿਆ ਔਰ ਉਹ ਦਿਨ ਵੀ ਆਇਆ ਜਦੋਂ ਲੋਕ ਮੇਰੀਆਂ ਕਹਾਣੀਆਂ ਤੇ MPhil ਤੇ PhD ਕਰਦੇ ਨੇ। ਹੁਣ ਜਦੋਂ ਉਹ ਕਰਦੇ ਨੇ ਤਾਂ ਮੈਨੂੰ ਕੋਈ ਖਬਰ ਆਉਂਦੀ ਹੈ, ਕੋਈ ਫੋਨ ਕਰਦਾ ਹੈ ਜਾਂ ਕੋਈ ਆਪ ਆ ਕੇ ਦੱਸਦਾ ਹੈ, ਕੋਈ ਥੀਸਿਸ ਭੇਂਟ ਕਰਦਾ ਹੈ। ਉਸ ਟਾਈਮ ਮੈਨੂੰ ਲੱਗਦਾ ਹੈ ਕਿ ਜਿਵੇਂ ਉਹਦੇ ਰਾਹੀਂ ਮੈਂ MPhil ਕਰ ਲਈ ਹੋਵੇ, ਮੈਨੂੰ ਲੱਗਦਾ ਹੈ ਜਿਵੇਂ ਮੈਂ PhD ਕਰ ਲਈ ਹੋਵੇ। ਜਦੋਂ ਉਹ ਕਿਤੇ ਪੜ੍ਹਾਉਣ ਲੱਗਦਾ, ਮੈਨੂੰ ਲੱਗਦਾ ਹੈ ਕਿ ਉਹਦੇ ਰਾਹੀਂ ਮੈਂ ਪੜ੍ਹਾਉਣ ਲੱਗ ਪਿਆ ਹੋਵਾਂ। ਮੇਰੇ ਅੰਦਰ ਜਿਹੜਾ ਉਹ ਪੜ੍ਹਨ ਵਾਲਾ ਬੰਦਾ, ਪੜ੍ਹਾਉਣ ਵਾਲਾ ਬੰਦਾ ਉਸ ਟਾਈਮ ਚੁੱਪ ਕਰਕੇ ਬੈਠ ਗਿਆ ਸੀ। ਉਸ ਜਵਾਬ ਦੇ ਕਾਰਨ ਉਹ ਇਸ ਤਰ੍ਹਾਂ ਨਵੇਂ ਸਿਰੇ ਤੋਂ ਪਰਿਭਾਸ਼ਿਤ ਹੋ ਜਾਂਦਾ ਹੈ। 1998 ਦੇ ਵਿੱਚ ਇਸ ਰਾਹ ਦੇ ਉੱਤੇ ਤੁਰਦਿਆਂ ਮੈਂ ਪਹਿਲੀ ਕਹਾਣੀ ਲਿਖੀ ਸੀ ਤਫਤੀਸ਼, ਜਿਹੜੀ ਕਿ ਰੋਪੜ ਰੂਪਨਗਰ ਜਿਹਨੂੰ ਕਹਿੰਦੇ ਨੇ ਹੁਣ, ਉੱਥੇ ਪੰਡਿਤ ਇੰਦਰ ਸੈਨ ਬ੍ਰਹਮਾਨੰਦ ਮੈਮੋਰੀਅਲ ਟਰੱਸਟ ਹੁੰਦਾ ਸੀ। ਡਾਕਟਰ ਹੇਮਕਿਰਨ ਹੋਣੀ ਉਹਨੂੰ ਚਲਾਉਂਦੇ ਸੀ। ਉਹਨਾਂ ਨੇ ਆਪਣੇ ਪੁਰਖਿਆਂ ਦੀ ਯਾਦ ਦੇ ਵਿੱਚ ਕਹਾਣੀ ਮੁਕਾਬਲਾ ਕਰਾਉਣਾ ਸ਼ੁਰੂ ਕੀਤਾ। ਉਸ ਮੁਕਾਬਲੇ ਦੇ ਵਿੱਚ ਮੇਰੀ ਉਹ ਕਹਾਣੀ ਤਫਤੀਸ਼ ਹੈ ਜਿਹੜੀ, ਉਹਨੂੰ ਨਾਮ ਮਿਲਿਆ ਸੀ। ਜਸਵੀਰ ਭੁੱਲਰ ਤੇ ਮੋਹਨ ਭੰਡਾਰੀ ਨਾਮ ਦੇਣ ਆਏ। ਉਹ ਐਸਾ ਥਾਪੜਾ ਮਿਲਿਆ, ਐਸੀ ਸ਼ਾਬਾਸ਼ ਮਿਲੀ ਕਿ ਅੱਗੇ ਕਥਾ ਰਾਹ ਹੈ, ਜਿਹੜਾ ਕਹਾਣੀਆਂ ਦਾ ਰਾਹ ਹੈ, ਉਹ ਮੇਰੇ ਅੱਗੇ ਦੂਰ ਤੱਕ ਵਿਛ ਗਿਆ। ਮੈਂ ਦੋਸਤੋ ਉਸ 'ਤੇ ਤੁਰਦਾ ਰਿਹਾ, ਹੁਣ ਵੀ ਤੁਰ ਰਿਹਾ। ਜਦ ਤੱਕ ਜਿਉਂਦੇ ਹਾਂ ਤੁਰਦੇ ਰਹਿਣਾ। ਮੈਨੂੰ ਹੁਣ ਉਸ ਕਹਾਣੀ ਤੋਂ ਲੈ ਕੇ ਹੁਣ ਤੱਕ ਹਰ ਗੱਲ ਕਹਾਣੀ ਦੇ ਰੂਪ 'ਚ ਹੀ ਔੜਦੀ ਹੈ। ਕਹਾਣੀ ਦੇ ਰੂਪ 'ਚ ਹੀ ਮੈਨੂੰ ਜ਼ਿੰਦਗੀ ਹੈ ਜਿਹੜੀ ਉਹ ਜਿਉਈ ਜਾਂਦੀ ਲੱਗਦੀ ਹੈ। ਕਹਾਣੀ ਦੇ ਰੂਪ 'ਚ ਹੀ ਸਾਰਾ ਕੁਝ ਹੈ ਜਿਹੜਾ ਉਹ ਮੇਰੇ ਅੰਦਰ ਪੈਦਾ ਹੁੰਦਾ ਹੈ ਤੇ ਬਾਹਰ ਆਉਂਦਾ ਹੈ। ਇਸ ਤਰ੍ਹਾਂ ਕਹਾਣੀਆਂ ਜਨਮ ਲੈਂਦੀਆਂ ਨੇ। ਸ਼ੁਰੂ ਤੋਂ ਹੀ, ਸਕੂਲ ਟਾਈਮ ਤੋਂ ਹੀ ਮੈਂ 9ਵੀਂ ਕਲਾਸ 'ਚ ਤਕਰੀਬਨ ਵੇਦ ਪ੍ਰਕਾਸ਼ ਸ਼ਰਮਾ ਦੇ ਜਸੂਸੀ ਨਾਵਲ ਪੜ੍ਹਨ ਲੱਗ ਪਿਆ ਸੀ। ਹੁਣ ਤੱਕ ਵੀ ਉਹ ਮੇਰੀ ਪੜ੍ਹਤ ਦਾ ਹਿੱਸਾ ਨੇ। ਉਸ ਤੋਂ ਪਹਿਲਾਂ ਮੈਂ ਇੱਕ ਕਾਰਟੂਨਾਂ ਦੀ ਜਿਹੜੀ ਕਾਮਿਕਸ ਕਹਿੰਦੇ ਸੀ ਉਦੋਂ ਦੁਨੀਆ ਸੀ, ਉਹ ਵੀ ਪੜ੍ਹਦਾ ਰਿਹਾ। ਇਹ ਮੈਂ ਗੱਲ ਇਸ ਲਈ ਸਾਂਝੀ ਕਰ ਰਿਹਾ ਤਾਂ ਕਿ ਇਹ ਗੱਲ ਦੱਸ ਸਕਾਂ ਕਿ ਮੇਰੇ ਅੰਦਰ ਇਮੈਜੀਨੇਸ਼ਨ ਹੈ, ਜਿਹੜੀ ਇਮੈਜੀਨੇਸ਼ਨ ਦੀ ਫਲਾਈਟ ਹੈ, ਜਿਹੜੀ ਕਲਪਨਾ ਦੀ ਉਡਾਨ ਹੈ, ਉਹ ਸਕੂਲ ਟਾਈਮ ਤੋਂ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਵੱਜਣੀ ਲੱਗਣੀ ਸ਼ੁਰੂ ਹੋ ਗਈ ਸੀ, ਜਿਹਦਾ ਮੈਨੂੰ ਅੱਗੇ ਕਹਾਣੀਆਂ ਲਿਖਣ ਵਕਤ ਬਹੁਤ ਫਾਇਦਾ ਹੋਇਆ। ਜਿੰਨੀ ਇਮੈਜੀਨੇਸ਼ਨ ਦੀ ਫਲਾਈਟ ਉੱਚੀ ਹੋਊਗੀ, ਉਨਾ ਹੀ ਸਾਡਾ ਪਾਤਰ, ਸਾਡੀ ਘਟਨਾ, ਸਾਡਾ ਕੇਂਦਰੀ ਨੁਕਤਾ ਤੇ ਸਾਡੇ ਘਟਨਾ ਸਥਲ, ਈਵਨ ਉਹਨਾਂ ਦੇ ਬੋਲੇ ਹੋਏ ਡਾਇਲੌਗ ਵੀ ਉੱਚੀ ਉਡਾਨ ਭਰਨਗੇ ਅਰਥਾਂ ਨੂੰ ਲੈ ਕੇ ਕਹਾਣੀ 'ਚ। ਮੈਂ ਜਦੋਂ ਵੀ ਕੋਈ ਕਹਾਣੀ ਲਿਖਦਾ ਹਾਂ ਤਾਂ ਇਹ ਸਾਰਾ ਕੁਝ ਹੈ ਜਿਹੜਾ ਉਹ ਫਲਾਈਟ ਦੇ ਕਾਰਨ ਬਹੁਤ ਆਲੇ ਦੁਆਲੇ ਨੂੰ, ਬਹੁਤ ਉੱਪਰ ਨੂੰ, ਥੱਲੇ ਨੂੰ, ਚੁਪਾਸੇ ਫੈਲ ਜਾਂਦਾ ਹੈ, ਜਿਹਦੇ ਨਾਲ ਬਹੁਤ ਅਰਥ ਬਣਦੇ ਨੇ, ਬਹੁਤੀਆਂ ਪਰਤਾਂ ਬਣਦੀਆਂ ਨੇ। ਕਹਾਣੀ ਹੈ ਜਿਹੜੀ ਉਹ ਮਨੋਵਿਗਿਆਨਿਕ ਤੇ ਫਿਲਾਸਫੀਕਲ ਨੁਕਤਾ ਨਿਗਾਹ ਤੋਂ ਗਹਿਰੀ ਹੁੰਦੀ ਜਾਂਦੀ ਹੈ। ਸੋ ਇਸ ਕਾਰਨ ਕਰਕੇ ਜਦੋਂ ਕੋਈ ਮੇਰੀਆਂ ਕਹਾਣੀਆਂ ਪੜ੍ਹਦਾ ਤਾਂ ਉਹ ਵੱਖਰੇ ਪਾਤਰਾਂ ਦੇ ਰੂਬਰੂ ਹੁੰਦਾ ਹੈ। ਐਸੇ ਪਾਤਰ ਜਿਹੜੇ ਅਣਗੌਲੇ ਸੀ, ਜਿਵੇਂ ਮਿਸਾਲ ਦੇ ਤੌਰ ਦੇ ਉੱਤੇ ਕਿੰਨਰ ਸੀ।
ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਹਾਸ਼ੀਏ ਦੇ ਉੱਤੇ ਧੱਕੇ ਹੋਏ ਨੇ, ਅਸੀਂ ਕਹਿੰਦੇ ਹਾਂ ਸਾਡੀ ਕਹਾਣੀ ਹਾਸ਼ੀਏ ਤੱਕ ਉਹਨਾਂ ਪਾਤਰਾਂ ਤੱਕ ਪਹੁੰਚੀ ਹੈ, ਲੇਕਿਨ ਕੁਝ ਵਰਗ ਐਸੇ ਵੀ ਨੇ ਜਿਹੜੇ ਹਾਸ਼ੀਏ ਤੋਂ ਵੀ ਪਾਰ ਵਸਦੇ ਨੇ, ਵਿਛੜਦੇ ਨੇ, ਜਿਉਂਦੇ ਨੇ। ਹਾਸ਼ੀਏ ਤੇ ਬੈਠੇ ਲੋਕ ਵੀ ਉਹਨਾਂ ਨਾਲ ਉਹੀ ਵਿਤਕਰਾ ਕਰਦੇ ਨੇ ਜਿਹੜਾ ਉਹਨਾਂ ਨਾਲ ਮੁੱਖ ਧਾਰਾ ਦੇ ਸਮਾਜ ਵੱਲੋਂ ਹੁੰਦਾ ਹੈ। ਸੋ ਮੇਰੀ ਰੁਚੀ ਸ਼ੁਰੂ ਤੋਂ ਹੀ ਵੱਖਰੇ ਪਾਤਰ ਫੜਨ ਤੇ ਘੜਨ ਦੇ ਵਿੱਚ ਰਹੀ ਹੈ। ਇਸ ਕਰਕੇ ਪਾਤਰ ਨੇ ਜਿਹੜੇ ਉਹ ਕਹਾਣੀਆਂ ਦੇ ਵਿੱਚ, ਜਿਵੇਂ ਕਿੰਨਰ ਹੋ ਗਏ, ਉਹ ਆਉਂਦੇ ਨੇ, ਮੰਗਤੇ ਉਹ ਆ ਗਏ, ਲੁੰਪਨ ਸ਼੍ਰੇਣੀ ਦੇ ਗਲਤ ਤਰੀਕੇ ਨਾਲ ਕਿਰਤ ਕਰਨ ਵਾਲੇ ਲੋਕ ਨੇ ਜਿਹੜੇ, ਉਹ ਪਾਤਰ ਬਣ ਕੇ ਆਉਂਦੇ ਨੇ। ਪਿਛਲੇ ਦਿਨੀ ਕਹਾਣੀ ਲਿਖੀ ਉਰਫ ਰੋਸ਼ੀ ਜਲਾਦ, ਫਾਂਸੀ ਲਾਉਣ ਵਾਲਾ ਪਾਤਰ ਹੈ ਜਿਹੜਾ ਕਿਸੇ ਨੂੰ ਫਾਹੇ ਲਾਉਣ ਵਾਲਾ, ਉਹਦੀ ਜ਼ਿੰਦਗੀ ਤੇ ਮਨੋਵਿਗਿਆਨ, ਉਹਦਾ ਦੁਖਾਂਤ ਕੀ ਹੁੰਦਾ, ਉਹਦੀ ਸੰਵੇਦਨਾ ਕਿੱਥੇ ਪਈ ਹੁੰਦੀ ਹੈ ਇਸ ਗੱਲ 'ਚ, ਇਹਨੂੰ ਲੈ ਕੇ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਲਿਖੀ ਵੀ। ਸੋ ਪਿਛਲੇ ਦਿਨੀ ਇਸ ਤੋਂ ਬਾਅਦ ਇੱਕ ਹੋਰ ਕਹਾਣੀ ਮੈਂ ਲਿਖੀ, ਉਹ ਹੌਰਰ ਸਟੋਰੀ ਲਿਖੀ। ਇੱਕ ਡਰ ਦਾ ਵਾਤਾਵਰਨ ਹੈ, ਇੱਕ ਡਰਾਉਣੇ ਵਿਸ਼ੇ ਨੂੰ ਲੈ ਕੇ, ਡਰਾਉਣੇ ਪਾਤਰਾਂ ਨੂੰ ਲੈ ਕੇ ਕਹਾਣੀ ਹੈ ਜਿਹੜੀ ਉਹ ਹੋਂਦ ਦੇ ਵਿੱਚ ਆਈ। ਮੈਨੂੰ ਇਹ ਚੰਗਾ ਲੱਗਦਾ, ਵੱਖਰੇ ਪਾਤਰ ਫੜਨੇ, ਕਹਾਣੀ 'ਚ ਪੇਸ਼ ਕਰਨੇ, ਇਹ ਮੇਰੀ ਇੱਕ ਬੁਨਿਆਦੀ ਰੁਚੀ ਹੈ, ਮੇਰਾ ਮਨੋਵਿਗਿਆਨ। ਇਹ ਮੇਰੇ ਅੰਦਰਲਾ ਕਹਾਣੀਕਾਰ, ਸਿਰਜਕ ਇਹਨਾਂ ਨੂੰ ਫੜ ਕੇ, ਘੜ ਕੇ ਔਰ ਪੇਸ਼ ਕਰਕੇ ਹੀ ਸੰਤੁਸ਼ਟ ਹੁੰਦਾ ਹੈ। ਵਿਸ਼ੇ ਨੇ ਜਿਹੜੇ ਇਹਨਾਂ ਹੀ ਪਾਤਰਾਂ ਦੇ, ਘਟਨਾਵਾਂ ਨੇ ਜਿਹੜੀਆਂ ਸਮਾਜ 'ਚ ਇਹਨਾਂ ਬੰਦਿਆਂ ਨਾਲ ਜ਼ਿੰਦਗੀ ਜਿਉਂਦੇ ਹੋਏ ਵਾਪਰਦੀਆਂ ਨੇ, ਹਮੇਸ਼ਾ ਉਹਨਾਂ ਨੂੰ ਅੰਡਰਲਾਈਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਕਾਰਨ ਕਰਕੇ ਮੈਂ ਤੇ ਮੇਰੀ ਕਹਾਣੀ ਹੈ ਜਿਹੜੀ, ਉਹ ਦੋਵੇਂ ਹੀ ਸਕੂਲ ਟਾਈਮ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੱਖਰੇ ਤੁਰਦੇ ਆ ਰਹੇ ਹਾਂ, ਸਮਕਾਲੀ ਪੰਜਾਬੀ ਕਹਾਣੀ ਦੇ ਸਮਾਨ ਅੰਤਰ। ਔਰ ਕੋਸ਼ਿਸ਼ ਕਰਦਾ ਮੈਂ ਕਿ ਹਮੇਸ਼ਾ ਵੱਖਰਾ ਲਿਖਾਂ, ਨਵਾਂ ਲਿਖਾਂ, ਕਿਉਂਕਿ ਸਾਹਿਤ ਦੇ ਵਿੱਚ ਵੱਖਰੇ ਤੇ ਨਵੇਂ ਦਾ ਹੀ ਹਮੇਸ਼ਾ ਮੁੱਲ ਹੈ। ਜਿਹੜੀ ਦੁਹਰਾਈ ਹੈ, ਜਿਹੜੀ ਰੈਪੀਟੀਸ਼ਨ ਹੈ, ਉਹ ਪਹਿਲਾਂ ਲਿਖੀਆਂ ਹੋਈਆਂ ਉਹਨਾਂ ਹੀ ਵਿਸ਼ਿਆਂ ਜਾਂ ਜੁਗਤਾਂ ਦੀਆਂ ਲਿਖਤਾਂ ਨੇ ਜਿਹੜੇ ਉਹਦੇ ਖਾਤੇ 'ਚ ਪੈ ਜਾਂਦੀ ਹੈ। ਇਸ ਤੋਂ ਹਮੇਸ਼ਾ ਬਚਣ ਦੀ ਕੋਸ਼ਿਸ਼ ਕੀਤੀ ਹੈ ਕਿ ਕੁਝ ਨਵਾਂ ਕਰੀਏ। ਕਹਾਣੀ ਵਿਸ਼ਾ ਚੁਣ ਲਿਆ, ਮੈਂ ਪਾਤਰ ਚੁਣ ਲਿਆ, ਈਵਨ ਉਹਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਇੱਕ ਫਰੇਮ ਬਣ ਗਿਆ। ਹੁਣ ਉਹ ਕਹਾਣੀ ਕਿਸ ਜੁਗਤ ਨਾਲ, ਕਿਸ ਟੈਕਨੀਕ ਨਾਲ ਲਿਖੀ ਜਾਊਗੀ, ਮੇਰੀ ਸ਼ੈਲੀ ਕੀ ਹੋਊਗੀ ਉਹਨੂੰ ਪੇਸ਼ ਕਰਨ ਦੀ। ਜਦੋਂ ਇਹ ਸਵਾਲ ਬਤੌਰ ਕਹਾਣੀਕਾਰ, ਬਤੌਰ ਸਿਰਜਕ ਮੇਰੇ ਮੂਹਰੇ ਆਉਂਦਾ ਹੈ, ਤਾਂ ਮੈਨੂੰ ਪਤਾ ਚੱਲਦਾ ਹੈ ਕਿ ਉਹ ਵਿਸ਼ਾ, ਉਹ ਪਾਤਰ ਕਹਾਣੀ ਦਾ ਰੂਪ ਲੈ ਕੇ ਹੀ ਜੰਮੇ ਸੀ, ਉਹ ਆਪਣਾ ਰੂਪ ਲੈ ਕੇ ਹੀ ਆਏ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਸਾਨੂੰ ਇਸ ਤਰ੍ਹਾਂ ਲਿਖ, ਮੈਂ ਉਹਨਾਂ ਨੂੰ ਉਸ ਤਰ੍ਹਾਂ ਲਿਖਦਾ। ਇਸ ਲਈ ਜਦੋਂ ਪੜ੍ਹਤਕਾਰ ਕੋਲ ਮੇਰੀ ਕਹਾਣੀ ਲਿਖਣ ਤੋਂ ਬਾਅਦ, ਛਪਣ ਤੋਂ ਬਾਅਦ ਪੜ੍ਹਨ ਵਾਸਤੇ ਜਾਂਦੀ ਹੈ, ਅਗਰ ਉਹਦੇ ਨਾਲ ਸਮਰਸ ਹੋ ਜਾਂਦਾ ਹੈ, ਅਗਰ ਉਸ ਨੂੰ ਉਹ ਪਾਤਰ, ਉਹ ਘਟਨਾਵਾਂ, ਉਹ ਡਾਇਲੌਗ, ਕਹਾਣੀ ਦਾ ਵਿਸ਼ਾ ਤੇ ਕੇਂਦਰੀ ਨੁਕਤਾ, ਖਾਸ ਤੌਰ ਤੇ ਕਹਾਣੀ ਲਿਖਣ ਦੀ ਜੁਗਤ, ਤਰੀਕਾ, ਮੇਰੀ ਸ਼ੈਲੀ, ਉਹਦੇ ਨਾਲ ਸਮਰਸ ਹੋ ਕੇ, ਫਿਰ ਤਾਂ ਉਹ ਕਹਾਣੀ ਨੂੰ, ਜਿਹਨੂੰ ਅਸੀਂ ਪੁਨਰ ਸਿਰਜਣਾ ਕਰਨੀ ਕਹਿੰਦੇ ਆ, ਆਪਣੇ ਅੰਦਰ ਦੁਬਾਰ ਤੋਂ ਸਿਰਜ ਲੈਂਦਾ ਹੈ। ਉਹ ਅਰਥ ਵੀ ਜਿਹੜੇ ਮੈਂ ਦਿੱਤੇ ਨੇ ਕਹਾਣੀ 'ਚ, ਉਹ ਅਰਥ ਵੀ ਜਿਹੜੇ ਨਹੀਂ ਦਿੱਤੇ ਪਰ ਉਹਨੇ ਕੱਢ ਲਏ, ਉਹ ਉਹਨਾਂ ਦੀ ਪੁਨਰ ਸਿਰਜਣਾ ਕਰ ਲੈਂਦਾ ਹੈ। ਕਈ ਵਾਰ ਕਈ ਪਾਠਕ ਇਹ ਵੀ ਕਹਿੰਦੇ ਨੇ ਕਿ ਸਾਨੂੰ ਤੇਰੀ ਕਹਾਣੀ ਪਹਿਲੀ ਵਾਰ ਸਮਝ ਨਹੀਂ ਆਈ, ਇਸ ਲਈ ਦੂਜੀ ਵਾਰ ਪੜ੍ਹਨੀ ਪਈ, ਨਹੀਂ ਸਮਝ ਆਈ, ਤੀਜੀ ਵਾਰ ਪੜ੍ਹਨੀ ਪਈ। ਇਹ ਕੋਈ ਮਾੜੀ ਗੱਲ ਨਹੀਂ। ਮੈਂ ਇਸ ਗੱਲ ਨੂੰ ਇਸ ਤਰ੍ਹਾਂ ਲੈਂਦਾ ਕਿ ਅਗਰ ਕੋਈ ਰਚਨਾ ਪਹਿਲੀ ਵਾਰ ਕਹਾਣੀ ਸਮਝ ਨਹੀਂ ਆਈ ਤਾਂ ਇਹ ਕੋਈ ਦੋਸ਼ ਨਹੀਂ ਹੈ, ਦੂਸਰੀ ਵਾਰ ਪੜ੍ਹ ਲੈਣੀ ਬਣਦੀ ਹੈ, ਕਿਉਂਕਿ ਸ਼ਬਦ ਦੀਆਂ 3 ਸ਼ਕਤੀਆਂ ਨੇ, ਅਵਿਦਾ, ਲਕਸ਼ਣਾ ਤੇ ਵਿਅੰਜਨਾ। ਹਰ ਸ਼ਬਦ, ਹਰ ਫਿਕਰਾ, ਹਰ ਡਾਇਲੌਗ, ਕਹਾਣੀ ਦਾ ਹਰ ਲਮਹਾ 3 ਅਰਥ ਘੱਟੋ ਘੱਟ ਦਿੰਦਾ ਹੈ। ਹੁਣ ਜ਼ਰੂਰੀ ਨਹੀਂ ਕਿ ਹਰ ਇੱਕ ਨੂੰ ਉਹ ਪਹਿਲੀ ਵਾਰ ਸਮਝ ਆ ਜਾਣ, ਦੂਸਰੀ, ਤੀਸਰੀ, ਜਿੰਨੀ ਵਾਰ ਵੀ ਸਮਝ ਆਉਂਦੇ ਨੇ ਤਾਂ ਵਾਹ ਭਲੀ, ਅਗਰ ਨਹੀਂ ਵੀ ਸਮਝ ਆਉਂਦੇ ਤਾਂ ਵੀ ਕੋਈ ਗੱਲ ਨਹੀਂ। ਹੋਰ ਕਹਾਣੀ ਪੜ੍ਹੋ, ਅਗਲੀ ਕਹਾਣੀ ਪੜ੍ਹੋ, ਹੋਰ ਕਹਾਣੀਕਾਰਾਂ ਦੀਆਂ ਕਹਾਣੀਆਂ ਪੜ੍ਹੋ। ਮੈਂ ਸ਼ੁਰੂ ਤੋਂ ਹੀ ਇੱਕ ਵੱਖਰੀ ਜ਼ਿੰਦਗੀ ਦਾ ਆਸ਼ਿਕ ਰਿਹਾ, ਇਸ ਲਈ ਕਹਾਣੀ ਨਾਲ ਮੇਰਾ ਜਿਹੜਾ ਇਸ਼ਕ ਹੈ ਉਹ ਵੀ ਇੱਕ ਵੱਖਰੀ ਤਰ੍ਹਾਂ ਦਾ। ਜਿਵੇਂ ਜ਼ਿੰਦਗੀ ਨਾਲ ਰਿਸ਼ਤਾ, ਠੀਕ ਉਸੇ ਤਰੀਕੇ ਨਾਲ ਕਹਾਣੀ ਲਿਖਣ ਤੇ ਪੜ੍ਹਨ ਨਾਲ ਮੇਰਾ ਰਿਸ਼ਤਾ ਹੈ। ਇਸ ਰਿਸ਼ਤੇ ਦੇ ਵਿੱਚੋਂ ਹੀ ਵੱਖਰੇ ਸੁਭਾਅ ਵਾਲੀ, ਵੱਖਰੇ ਰੰਗ ਰੂਪ ਵਾਲੀ ਕਹਾਣੀ ਜਨਮ ਲੈਂਦੀ ਹੈ। ਕਹਾਣੀ ਬਾਰੇ ਇੱਕ ਸ਼ੇਅਰ ਅਕਸਰ ਬੋਲਿਆ ਜਾਂਦਾ ਹੈ कि बहुत मुश्किल है दिल की कहानी लिखना, जैसे बहते हुए पानी पे पानी लिखना। पानी दे उत्ते पानी लिखना
बहुत औखा काम है। ਜਿਹੜਾ ਲਿਖ ਲੈਂਦਾ ਉਹ ਕਲਾਕਾਰ ਹੋ ਜਾਂਦਾ ਹੈ। ਕਹਾਣੀ ਦਾ ਕਲਾਕਾਰ ਬਣਨਾ ਇੱਕ ਕਠਿਨ ਤਪੱਸਿਆ ਕਰਨ ਦੇ ਤੁਲ ਹੈ। ਇਹ ਸ਼ਬਦਾਂ ਦਾ ਜਪ ਤਪ ਕਰਨ ਦੇ ਤੁਲ ਹੈ। ਦੋਸਤੋ, ਕਹਾਣੀ ਹੈ ਜਿਹੜੀ ਮੇਰੀ, ਉਹ ਕਦੇ ਵੀ ਖੜੋਤ ਦੇ ਵਿੱਚ ਨਹੀਂ ਆਉਂਦੀ, ਕਦੇ ਵੀ ਉਹ ਟਿਕ ਕੇ ਨਹੀਂ ਬੈਠਦੀ, ਇੱਕ ਥਾਂ ਦੇ ਉੱਤੇ ਨਹੀਂ ਖੜਦੀ। ਕਹਾਣੀ ਹਮੇਸ਼ਾ ਮੈਨੂੰ ਉਂਗਲ ਫੜ ਕੇ ਨਾਲ ਨਾਲ ਤੋੜਦੀ ਰਹਿੰਦੀ ਹੈ, ਇੱਕ ਗਤੀ ਦੇ ਵਿੱਚ ਰਹਿੰਦੀ ਹੈ। ਉਸ ਗਤੀਸ਼ੀਲਤਾ ਦੇ ਵਿੱਚੋਂ ਹੀ ਰਾਹ ਦੇ ਵਿੱਚ ਨਵੇਂ ਪਾਤਰ ਲੱਭਦੇ ਨੇ, ਨਵੇਂ ਵਿਸ਼ੇ ਲੱਭਦੇ ਨੇ, ਨਵੀਆਂ ਜੁਗਤਾਂ ਲੱਭਦੀਆਂ ਨੇ, ਡਾਇਲੌਗਸ ਲੱਭਦੇ ਨੇ, ਬਹੁਤ ਵਾਰ ਘਟਨਾ ਸਥਲ ਲੱਭਦੇ ਨੇ। ਕਈ ਵਾਰ ਤਾਂ ਕੋਈ ਇੱਕ ਐਸਾ ਸਥਾਨ ਦੇਖ ਲੈਂਦਾ ਮੈਂ ਜਿਹਦੇ ਵਿੱਚ ਕਹਾਣੀ ਪਈ ਹੁੰਦੀ ਹੈ, ਉਸ ਸਥਾਨ ਤੋਂ ਮੈਨੂੰ ਕਹਾਣੀ ਲੱਭਦੀ ਹੈ। ਕਈ ਵਾਰ ਕਿਸੇ ਬੰਦੇ ਨੂੰ ਮੈਂ ਜਾਣਦਾ ਵੀ ਨਹੀਂ ਹੁੰਦਾ, ਉਹ ਲੰਘ ਗਿਆ, ਮਾੜਾ ਜਿਹਾ ਉਹਨੂੰ ਦੇਖਿਆ, ਉਹਦਾ ਕੋਈ ਜੈਸਚਰ ਪੋਸਚਰ ਇਸ ਤਰ੍ਹਾਂ ਦਾ ਸੀ ਕਿ ਉਹਦੇ ਵਿੱਚ ਕਹਾਣੀ ਸੀ, ਮੇਰੇ ਕੋਲ ਉੱਥੋਂ ਕਹਾਣੀ ਆ ਗਈ। ਕਈ ਵਾਰ ਕਿਸੇ ਨੇ ਕੋਈ ਗੱਲ ਕਹਿਤੀ ਤੁਰੇ ਜਾਂਦੇ ਹੀ, ਉਸ ਤੋਂ ਬਾਅਦ ਉਹ ਭੁੱਲ ਵੀ ਗਿਆ, ਉਹਦੀ ਬੋਲੇ ਹੋਏ ਡਾਇਲੌਗ ਦੇ ਵਿੱਚ ਹੀ ਕਹਾਣੀ ਉਸਰ ਗਈ, ਉਹਦੇ ਵਿਚਾਰ 'ਚ ਹੀ ਕਹਾਣੀ ਉਸਰ ਗਈ। ਕਹਾਣੀ ਵੱਖ-ਵੱਖ ਸਰੋਤਾਂ ਤੋਂ ਮੇਰੇ ਕੋਲ ਆਉਂਦੀ ਹੈ। ਮੈਂ ਉਸ ਨੂੰ ਆਪਣੀ ਕਲਾ ਦੇ ਵਿੱਚ ਢਾਲ ਕੇ, ਕਹਾਣੀ ਕਲਾ 'ਚ ਢਾਲ ਕੇ ਸਫ਼ਿਆਂ ਦੇ ਉੱਤੇ, ਪੰਨਿਆਂ ਦੇ ਉੱਤੇ ਲਿਖ ਦਿੰਦਾ। ਉਹ ਜਦੋਂ ਛਪ ਕੇ ਪੜ੍ਹਨ ਵਾਲਿਆਂ ਕੋਲ ਜਾਂਦੀ ਹੈ ਤਾਂ ਉਸ ਦੀ ਗਤੀ ਹੋ ਜਾਂਦੀ ਹੈ। ਅਗਰ ਲਿਖੀ ਹੋਈ ਕਹਾਣੀ ਛਪਦੀ ਨਹੀਂ, ਛਪੀ ਹੋਈ ਪੜ੍ਹੀ ਨਹੀਂ ਜਾਂਦੀ, ਉਹਦੀ ਗਤੀ ਨਹੀਂ ਹੁੰਦੀ। ਸੋ ਕਹਾਣੀ ਦੀ ਗਤੀ ਵਾਸਤੇ, ਲੇਖਕ ਦੀ ਗਤੀ ਵਾਸਤੇ ਇਹ ਸਾਰਿਆਂ ਦਾ ਗਤੀਸ਼ੀਲ ਰਹਿਣਾ ਬਹੁਤ ਜ਼ਰੂਰੀ ਹੈ। ਤੇ ਇਸ ਤਰੀਕੇ ਨਾਲ ਮੈਂ ਤੇ ਮੇਰੀ ਕਹਾਣੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਗਤੀਸ਼ੀਲ ਹਾਂ ਦੋਸਤੋ, ਹਮੇਸ਼ਾ ਰਹਾਂਗੇ। ਇਹ ਮੇਰੀ ਕੋਸ਼ਿਸ਼ ਹੈ। ਇੰਨੀਆਂ ਕੁ ਗੱਲਾਂ ਮੈਂ ਤੇ ਮੇਰੀ ਕਹਾਣੀ ਦੇ ਹਵਾਲੇ ਨਾਲ ਤੁਹਾਡੇ ਨਾਲ ਮੈਂ ਸਾਂਝੀਆਂ ਕੀਤੀਆਂ। ਸੁਣਨ ਵਾਸਤੇ ਬਹੁਤ ਬਹੁਤ ਸ਼ੁਕਰੀਆ।